ਵਰਿਆਮ ਸੰਧੂ ਦੀ ਕਹਾਣੀ ਆਪਣਾ ਆਪਣਾ ਹਿੱਸਾ। ਮੱਝ ਨੂੰ ਬਾਹਰ ਕੱਢ ਕੇ ਖੁਰਲੀ ਵਿੱਚ ਤੂੜੀ ਤੇ ਛਟਾਲਾ ਰਲਾਉਂਦਿਆਂ ਕੁੱਦੂ ਨੇ ਮੱਝ ਦੀਆਂ ਨਾਸਾਂ ਵਿੱਚ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ। ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿਬੜੀ ਪਾਟੀ ਦਰੀ ਨੂੰ ਸੂਤ ਕੀਤਾ ਅਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿੱਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ। ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗੀਚੀ 'ਤੇ ਗੋਡਾ ਦਿੱਤੀ ਬੈਠਾ ਹੋਵੇ। ਕੁੱਦੂ ਦਾ ਹੱਥ ਸਹਿਜੇ ਹੀ ਉਸ ਦੀ ਧੌਣ 'ਤੇ ਚਲਾ ਗਿਆ। ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ ਉਸ ਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਘੁਲਦਿਆਂ ਚੱਲੀ ਸੀ। ਉਂਝ ਉਸ ਦੀ ਵਿਸ਼ੇਸ਼ਤਾ ਢਾਉਣ ਨਾਲੋਂ ਢਹਿਣ ਵਿੱਚ ਵਧੇਰੇ ਸੀ। ਇਸ ਲਈ ਹੀ ਉਹਨਾਂ ਦੇ ਪਿੰਡ ਦੇ ਬਾਬੇ ਚਰਲ ਨੇ ਉਹਨੂੰ ਮਖੌਲ ਨਾਲ ਕਿਹਾ ਸੀ, ਓਏ ਧਰਮੀਆਂ ਭੈਣ ਦੇਣਿਆ, ਕਿੱਡਾ ਤੇਰਾ ਸਰੀਰ ਆ। ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਐਦੂ ਚੰਗਾ ਸੀ ਕੰਜਰਾ ਤੇਰੇ ਸਰੀਰ 'ਚੋਂ ਮੋਝੇ ਕੱਢ ਕੇ ਬੰਦੇ ਬਣ ਜਾਂਦੇ। ਇੱਕ ਹਲ ਵਾਇਆ ਕਰਦਾ ਤੇ ਇੱਕ ਪੱਠੇ ਪਾਉਂਦਾ। ਤੇਰੇ ਸਰੀਰ ਤੋਂ ਮੋਛੇ ਕੱਢ ਕੇ 2 ਬੰਦੇ ਬਣ ਜਾਂਦੇ। ਇੱਕ ਹਲ ਵਾਇਆ ਕਰਦਾ ਤੇ ਇੱਕ ਪੱਠੇ ਪਾਉਂਦਾ। ਰੱਬ ਵੀ ਸੋਹਰੇ ਨੂੰ ਟਕੇ ਦੀ ਅਕਲ ਨਹੀਂ। ਤੇ ਸਾਰੇ ਭਰਾਵਾਂ 'ਚੋਂ ਛੋਟਾ ਧਰਮਾ ਕੁੱਦੂ ਹੀ ਰਹਿ ਗਿਆ ਸੀ। ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਉੱਤੇ ਕਿਸੇ ਦੇ ਗੋਡੇ ਦਾ ਡਰ। ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰ ਰਹੀ ਹੋਵੇ। ਉਸ ਦੀ ਧੌਣ ਉੱਤੇ ਕਿਸ ਦਾ ਗੋਡਾ ਸੀ? ਮੱਝ ਚੋਣ ਲਈ ਪਾੜਾ ਤੇ ਬਾਲਟੀ ਲਈ ਉਹਦੀ ਭੈਣ ਬਚਨੋਂ, ਜਿਹੜੀ ਮਾਂ ਦੇ ਮਰਨ 'ਤੇ ਜਿਸ ਦਿਨ ਦੀ ਸਹੁਰਿਓਂ ਆਈ ਸੀ, ਇੱਥੇ ਹੀ ਸੀ। ਕੁੱਦੂ ਨੂੰ ਬਾਲਟੀ ਫੜਾ ਕੇ ਪੱਠਿਆਂ 'ਤੇ ਆਟਾ ਧੂੜਨ ਲੱਗੀ। ਕੁੱਦੂ ਮੱਝ ਦੇ ਪਿੰਡੇ 'ਤੇ ਥਾਪੀ ਮਾਰ ਕੇ ਹੇਠਾਂ ਬਹਿ ਗਿਆ। ਹੈ ਵੀਰਾ, ਵੇਖੋ ਨਾ, ਦੋਵੇਂ ਵੱਡੇ ਭਾਊ ਆਉਣ ਹੀ ਵਾਲੇ ਨੇ। ਵੱਡਾ ਭਾਊ ਰਾਤ ਦਾ ਕਰਮਸੂ ਕੋਲੋਂ ਅੱਡੇ 'ਤੇ ਆ ਗਿਆ ਹੋਣਾ। ਵੇਖੋ ਨਾ, ਤੂੰ ਜਿਹੜਾ ਹਿਸਾਬ ਕਿਤਾਬ ਕਰਦਾ ਉਹਨਾਂ ਨੂੰ ਨਿਬੇੜ ਲੈ। ਵੇਖੋ ਨਾ, ਮਾਂ ਦਾ ਇਕੱਠ ਹੀ ਕਰਨਾ ਹੋਇਆ। ਉਹਦੇ ਫੁੱਲ ਵੀ ਹਰਿਦੁਆਰ ਲੈ ਕੇ ਜਾਣੇ ਹਨ। ਸਿਆਣਿਆਂ ਆਖਿਆ, ਲੇਖਾ ਮਾਵਾਂ ਧੀਆਂ ਦਾ। ਵੇਖੋ ਨਾ। ਕੁੱਦੂ ਨੂੰ ਬੜੀ ਖਿਝ ਆਈ। ਇਹ ਆ ਗਈ ਵੱਡੀ ਬੇਬੇ ਮੈਨੂੰ ਮੱਤਾਂ ਦੇਣ ਵਾਲੀ। ਉਹ ਆਪ ਤੋਂ ਵੱਡੀ ਬਚਨੋਂ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਰਿਹਾ ਸੀ। ਕੱਲ੍ਹ ਦੀ ਭੂਤਨੀ। ਬਚਨੋਂ ਬੋਲੀ ਜਾ ਰਹੀ ਸੀ, ਵੇਖੋ ਨਾ, ਮੈਨੂੰ ਪਤਾ ਤੇਰਾ ਹੱਥ ਤੰਗ ਆ, ਪਰ ਇਹ ਕੰਮ ਵੀ ਅਕਸਰ ਕਰਨੇ ਹੋਏ। ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ, ਤੁਹਾਡਾ ਸਰਦਾ, ਤੁਹਾਡਾ ਹੱਥ ਖੁੱਲ੍ਹਾ, ਕੋਈ ਨਹੀਂ। ਵੇਖੋ ਨਾ, ਉਹ ਅੱਗੇ ਆਂਦੇ, ਅਸੀਂ ਖਾਣ ਲਈ ਦਾਣੇ ਹੀ ਖੜਦੇ ਹਾਂ। ਜ਼ਮੀਨ ਵੀ ਇਹ ਮੁਫਤ 'ਚ ਵਾਹੀ ਜਾਂਦਾ। ਵੇਖੋ ਨਾ, ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ। ਸਾਰੇ ਮੁਲਕ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ ਨੇ। ਪਰ ਉਹਨੇ ਕਦੀ ਇੱਕ ਵਾਰੀ ਵੀ ਨਹੀਂ ਆਖਿਆ। ਕੁੱਦੂ ਜਿਵੇਂ ਗਲ ਵਿੱਚ ਡੱਕਾ ਦਿੱਤੀ ਬੈਠਾ ਸੀ। ਚੀਖ ਹੀ ਪਿਆ, ਉਹ ਤੂੰ ਵੀ ਲੈ ਜਾ ਅਤੇ ਉਹ ਵੀ ਲੈ ਜਾਣ। ਜ਼ਮੀਨ ਸੋਰੀ ਨੇ ਵੱਡਾ ਮੈਨੂੰ ਪਾਤਸ਼ਾਹ ਬਣਾ ਦਿੱਤਾ। ਉੱਚੀ ਚੀਕਵੀਂ ਆਵਾਜ਼ ਸੁਣ ਕੇ ਜ਼ੋਰ ਨਾਲ ਥਣ ਨੱਪਿਆ ਜਾਣ ਕਰਕੇ ਮੱਝ ਭੁੜਕ ਪਈ। ਕੁੱਦੂ ਚਿੱਤੜ ਪਰਨੇ ਡਿੱਗ ਪਿਆ। ਬਚਾਉਂਦਿਆਂ ਹੀ ਥੋੜ੍ਹਾ ਕੁੱਦੂ ਤੇ ਡੁੱਲ ਹੀ ਗਿਆ। ਉਹ ਉੱਠ ਕੇ ਭੋੜਾ ਚੁੱਕ ਲਿਆ ਤੇ ਮੱਝ 'ਤੇ ਕਾੜ ਵਰ ਪਿਆ। ਵੇਖੋ ਨਾ, ਸਿੱਧੀਆਂ ਨੂੰ ਪੁੱਠਾ ਆਉਂਦਾ। ਬੁੜਬੁੜਾਉਂਦੀ ਬਚਨੋਂ ਭੂੰ ਭੂੰ ਕਰਦੀ ਬਾਲਟੀ ਫੜ ਕੇ ਤੁਰ ਗਈ। ਇਸ ਬੇਜ਼ੁਬਾਨ ਨੇ ਤੇਰਾ ਕੀ ਵਿਗਾੜਿਆ? ਚੌਂਕੇ 'ਚੋਂ ਉੱਠ ਕੇ ਕੁੱਦੂ ਦੀ ਪਤਨੀ ਰਤਨੀ ਚੀਕੀ। ਹੋਰਨਾਂ ਦਾ ਸਾੜ ਵਿਚਾਰੇ ਪਸ਼ੂ 'ਤੇ ਕਿਉਂ ਕੱਢਦਾ ਫਿਰਦਾ? ਮੱਝ ਡਰ ਕੇ ਖੁਰਲੀ ਦੇ ਇੱਕ ਬੰਨੇ ਕੰਨ ਖੜੇ ਕਰਕੇ ਡੈਬਰੀਆਂ ਅੱਖਾਂ ਨਾਲ ਖਿਮਾ ਜਾਚਨਾ ਦੀ ਮੁਦਰਾ ਵਿੱਚ ਖੜੀ ਕੰਬੀ ਜਾ ਰਹੀ ਸੀ। ਦੂਰੋਂ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਕੁੱਦੂ ਡੰਗਰਾਂ ਦੀਆਂ ਖੁਰਲੀਆਂ ਵਿੱਚ ਐਵੇਂ ਹੱਥ ਮਾਰਨ ਲੱਗ ਪਿਆ। ਕੁੱਤਿਆਂ ਭੌਂਕਣ ਦੇ ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰਸਾਈਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖਲੋਤਾ। ਰਤਨੀ ਨੇ ਸਿਰ 'ਤੇ ਪੱਲਾ ਲੈਂਦਿਆਂ ਡਿਊਟੀ ਦਾ ਦਰਵਾਜ਼ਾ ਖੋਲ੍ਹਿਆ। ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ। ਉਹਨਾਂ ਮੋਟਰਸਾਈਕਲ ਡਿਊਟੀ ਵਿੱਚੋਂ ਲੰਘਾ ਕੇ ਕੱਚੇ ਵਿਹੜੇ ਵਿੱਚ ਖੜਾ ਕਰ ਦਿੱਤਾ। ਵੱਡੇ ਸਵਰਨ ਸਿੰਘ ਨੇ ਆਪਣੀ ਅੱਖਾਂ ਤੋਂ ਐਨਕਾਂ ਲਾਈਆਂ, ਰੁਮਾਲ ਨਾਲ ਉਹਨੂੰ ਸਾਫ਼ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਓਵਰਕੋਟ ਤੋਂ ਸਿੱਲ ਨੂੰ ਪੂੰਝਦਾ ਡਿਊਟੀ ਵਿੱਚ ਪਏ ਆਪਣੇ ਪਿਓ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ। ਛੋਟੇ ਕਰਮ ਸਿੰਘ ਨੇ ਗਰਮ ਲੋਈ ਦੀ ਬੁੱਕਲ ਸਵਾਰੀ, ਤਿੱਲੇ ਵਾਲੀ ਜੁੱਤੀ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੀ ਵੱਟ ਨਾਲ ਘੁਮਾਉਂਦਿਆਂ
ਬਚਨੋਂ ਵੱਲ ਮੂੰਹ ਕੀਤਾ। ਕੁੱਦੂ ਕਿੱਥੇ ਆ? ਬਚਨੋਂ ਨੇ ਬੁੱਕਲ 'ਚ ਬਾਂਹ ਕੱਢ ਕੇ ਡੰਗਰਾਂ ਵੱਲ ਕੀਤੀ, ਜਿੱਥੇ ਮੋਟਰਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਈ ਵੈਕੜੇ ਨੂੰ ਕੁੱਦੂ ਫੜ ਰਿਹਾ ਸੀ। ਉੱਥੇ ਆ ਪਈ ਭਲਵਾਨਾ, ਰਤਾ ਮਸ਼ਵਰਾ ਕਰ ਲਈਏ। ਉਹ ਆ ਪਈ ਭਲਵਾਨਾ, ਰਤਾ ਮਸ਼ਵਰਾ ਕਰ ਲਈਏ। ਭਾਜੀ ਹੁਰਾਂ ਤੋਂ ਵੀ ਰੋਜ਼ ਨੂੰ ਛੁੱਟੀ ਨਹੀਂ ਆਇਆ ਜਾਂਦਾ। ਮੈਨੂੰ ਵੀ 100 ਕੰਮ ਕਰਨੇ ਹੁੰਦੇ ਨੇ। ਨਾਲ ਬੁੱਢੜੀ ਦੇ ਫੁੱਲ, ਜੇ ਤੂੰ ਜਾਣਾ ਤਾਂ ਸਹੀ, ਤੇ ਜੇ ਮੈਂ ਜਾਣਾ ਤਾਂ ਸਹੀ, ਗੰਗਾ ਪਾ ਆਈਏ। ਆਉਣਾ, ਕੁੱਦੂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਠੇ ਹੋਏ ਕਿੱਲੇ ਨਾਲ ਬੱਝਾ ਵੈਕੜੇ ਦਾ ਰੱਸਾ ਖੋਲ੍ਹਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ, ਉਹ ਕਾਕੂ, ਮੰਜਾ ਕੱਢ ਕੇ ਬਾਪੂ ਆਮਦੇ ਕੋਲ ਡਿਓਢੀ 'ਚ ਡਾ। ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, ਕਾਕੂ ਕੁਰਸੀ ਲੈ ਆ। ਤੇ ਉਹ ਸਿੱਧਾ ਹੋ ਕੇ ਇੱਕ ਪਾਸੇ ਨੂੰ ਖਿਸਕ ਕੇ ਬੈਠ ਗਿਆ। ਸਵਰਨ ਸਿੰਘ ਲਈ ਓਨਾ ਚਿਰ ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ, ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਖੜੋਤਾ ਦਾੜੀ ਪਲੋਸਣ ਲੱਗਾ। ਸਵਰਨ ਸਿੰਘ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ ਕਮਾਈ ਕਰਦਾ ਸੀ। ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ। ਇੱਕੋ ਇੱਕ ਧੀ ਉਹਨੇ ਚੰਗੇ ਘਰ ਵਿਆਹ ਲਈ ਸੀ। ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ 'ਤੇ ਲੱਗੇ ਹੋਏ ਸਨ। ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ, ਲੈਣ ਦੇਣ ਸੀ, ਮਿਲਵਰਤਨ ਸੀ। ਉਹਦਾ ਇੱਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ। ਪਿੰਡ ਉਸ ਦਾ ਆਣ ਜਾਣ ਘੱਟ ਹੀ ਸੀ। ਜਿਹੜੀ 2-2.5 ਕਿੱਲੇ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ, ਉਹ ਕੁੱਦੂ ਹੀ ਵਾਹੁੰਦਾ ਸੀ ਤੇ ਬਕੈਲ ਉਸ 'ਤੇ ਖਾਣ ਲਈ ਨਾਲ ਦੇ ਦਾਣੇ ਹੀ ਖੜਦਾ ਸੀ। ਆਪਣੇ ਅੰਗਾਂ ਸਾਕਾਂ ਤੇ ਯਾਰਾਂ ਵਿੱਚੋਂ ਇਹੋ ਹੀ ਕਹਿੰਦਾ ਸੀ ਕਿ ਉਸਨੇ ਜ਼ਮੀਨ ਕੁੱਦੂ ਨੂੰ ਮੁਫਤ ਹੀ ਦਿੱਤੀ ਹੋਈ ਹੈ। ਕਾਕੂ ਕੁਰਸੀ ਲੈ ਆਇਆ। ਲੋਹੇ ਦੀ ਇੱਕੋ ਇੱਕ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ। ਪੁੱਤ, ਕੁਰਸੀ 'ਤੇ ਕੱਪੜਾ ਫੇਰ ਲੈ ਜਰਾ। ਬੁੱਢੜੇ ਬਿਸ਼ਨ ਸਿੰਘ ਨੇ ਆਪਣੇ ਊੜੇ ਰੰਗ ਵਾਲੀ ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ 'ਤੇ ਲਪੇਟਣ ਲੱਗਾ। ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਝ ਹੀ ਹੁੰਦੀ ਸੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ। ਉਹ ਉਹਨੂੰ ਕਿਸੇ ਹੋਰ ਦੀ ਮਿੱਟੀ ਦਾ ਬਣਿਆ ਲੱਗਦਾ ਸੀ, ਜਿਹੜੀ ਡਾਢੀ ਸਾਫ਼, ਵਧੀਆ ਤੇ ਚਿਕਣੀ ਹੋਵੇ, ਜਿਸ ਦੇ ਖਬਰੇ ਗੁੱਡਿਆਂ ਦੇ ਬਾਵੇ ਬਣਦੇ ਸਨ। ਸਵਰਨ ਦੇ ਰਹਿਣ ਸਹਿਣ ਤੇ ਉਸ ਦੇ ਪੋਚਾ ਪਾਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖਰਦਰਾ ਜਿਹਾ ਮਹਿਸੂਸ ਕਰਦਾ। ਇਸ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਾਹੌਲ ਵਿੱਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ। ਉਸ ਨੂੰ ਲੱਗਦਾ ਜਿਵੇਂ ਉਹਦੇ ਪੈਰ ਉਸ ਘਰ ਵਿੱਚ ਠੀਕ ਤਰ੍ਹਾਂ ਨਾ ਉੱਠ ਰਹੇ ਨੇ ਤੇ ਨਾ ਉੱਠ ਰਹੇ ਹੋਣ। ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਉਹਨੂੰ ਜਿਵੇਂ ਘੂਰ ਵੇਖਦੇ ਹੋਣ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿੱਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫਾ ਵਿੱਚ ਛੱਡ ਆਇਆ ਹੋਵੇ। ਕਾਕੂ ਨੇ ਕੁਰਸੀ ਸਾਫ਼ ਕਰ ਦਿੱਤੀ। ਬਿਸ਼ਨ ਸਿੰਘ ਸਵਰਨ ਨੂੰ ਇੱਕ ਵਚਨ ਜਾਂ ਬਹੁਵਚਨ ਵਿੱਚ ਸੰਬੋਧਿਤ ਕਰਨ ਦੀ ਦੋ ਚਿੱਤੀ ਵਿੱਚ ਹੀ ਸੀ ਕਿ ਸਵਰਨ ਕੁਰਸੀ 'ਤੇ ਬੈਠ ਗਿਆ। ਅਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ 'ਚ ਡਾਢਾ ਕੱਚਾ ਜਿਹਾ ਹੁੰਦਾ। ਉਸ ਦਾ ਆਪਣਾ ਆਪ ਹੁੰਗਾਰਾ ਉੱਠਦਾ, ਇਹ ਕਹਿੰਦਾ, ਵੈਸਰਾਏ ਦਾ ਵੀ ਇਹ ਮੇਰਾ ਮੁੰਡਾ ਹੀ ਏ, ਮੈਂ ਕਿਉਂ? ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਓਢੀ ਵਿੱਚ ਲੈ ਆਇਆ। ਉਹ ਕੁੱਦੂ ਤੋਂ 2 ਸਾਲ ਵੱਡਾ ਸੀ। ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ 1। ਉਹ ਸੰਤੀ ਮਹਿਰੀ ਦੇ ਬਾਲਣ ਵਿੱਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿੱਦੋ ਖੁੰਡੀ ਖੇਡਣ ਲਈ ਜਾਂਦਾ ਸੀ ਤੇ ਛੁੱਟੀ ਸਮੇਂ ਬਸਤਾ ਚੁੱਕ ਕੇ ਘਰ ਆ ਵੜਦਾ। ਛੋਟਾ ਹੋਣ ਕਰਕੇ ਕੁੱਦੂ ਉਹਦੇ ਨਾਲ ਰਹਿੰਦਾ। ਇਕੱਠੇ ਹੀ ਉਹ ਸਕੂਲ ਗਏ ਤੇ ਇਕੱਠੇ ਹੀ ਉਹਨਾਂ ਪੜ੍ਹਾਈ ਵਿੱਚੋਂ ਛੱਡ ਕੇ ਉਹ ਘਰ ਦੇ ਕੰਮ ਵਿੱਚ ਪਿਓ ਦੀ ਮਦਦ ਕਰਾਉਣ ਲੱਗੇ। ਜਵਾਨੀ ਚੜ੍ਹਦਿਆਂ ਦੀ ਕਰਮਾਂ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਕੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਭਲਵਾਨੀ ਕਰਮੋਂ ਦਾ ਪਾਂਡੀ ਹੋਣਾ ਤੇ ਸੁਕਾਰਥੇ ਆਇਆ। ਹੌਲੀ ਹੌਲੀ ਉਹਨੇ ਬਲੈਕ ਦੇ ਮਾਲ ਵਿੱਚ ਆਪ ਹਿੱਸਾ ਪੱਤੀ ਰੱਖਣੀ ਸ਼ੁਰੂ ਕਰ ਦਿੱਤੀ। ਅੱਜ ਹੋਰ, ਕੱਲ੍ਹ ਹੋਰ ਤੇ ਕਰਮਾ ਵੀ ਲਾਗਲੇ ਕਸਬੇ ਦੇ ਚੌਂਕ ਵਿੱਚ ਆਪਣਾ ਮਕਾਨ ਬਣਾ ਕੇ ਠਾਠ ਵਿੱਚ ਰਹਿ ਰਿਹਾ ਸੀ। ਡੇਅਰੀ ਤੇ ਮੁਰਗੀ ਖਾਨਾ ਖੋਲ੍ਹ ਰੱਖਿਆ ਸੀ। ਉਹਦੇ ਘਰ ਪੂਰੀ ਲਹਿਰ ਬਹਿਰ ਸੀ ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਕੁੱਦੂ ਦਾ ਕੁੱਦੂ ਹੀ ਰਹਿ ਗਿਆ ਸੀ। ਪਿਓ ਵਾਲੀ ਹੱਲ ਦੀ ਜੰਗੀ ਉਸ ਦੇ ਹੱਥ ਸੀ। ਬਾਬੇ ਝਰਲ ਨੇ ਭਾਵੇਂ ਮਖੌਲ ਵਿੱਚ ਹੀ ਉਹਦੇ 2 ਬੰਦੇ ਬਣ ਜਾਣ, ਇੱਕ ਦੇ ਹਲ ਵਾਹੁਣ ਤੇ ਦੂਜੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ, ਪਰ ਕੁੱਦੂ ਸੱਚੀ ਹੀ ਵਾਹੀ ਵਿੱਚ ਦੂਣੇ ਚੋਣ ਨਾਲ ਲਗਾ ਰਿਹਾ ਸੀ। ਉਹ ਆਪਣੇ ਵੱਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ ਵਿੱਚ ਡਰ ਕੇ ਭੱਜਣ ਵਾਲਿਆਂ ਵਾਂਗ
ਉਸ ਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾਂ ਹੀ ਨਾ ਲੈਂਦਾ। ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾ ਖਿੱਚ ਲਿਜਾ ਰਹੀ ਸੀ। ਵੈਕੜੇ ਦਾ ਕਿੱਲਾ ਗੜਦਿਆਂ ਕੁੱਦੂ ਜਿਉਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ ਵਿੱਚ ਵੱਜੀ ਹੋਵੇ। ਉਹ ਹਰ ਸੱਟ ਨਾਲ ਧਰਤੀ ਦੇ ਅੰਦਰ ਨਿਗਰਦਾ ਜਾ ਰਿਹਾ ਸੀ। ਮਨ ਹੀ ਮਨ ਉਹ ਦੋਹਾਂ ਭਰਾਵਾਂ ਬਾਰੇ ਸੋਚ ਰਿਹਾ ਸੀ। ਦੋਹਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਝਲਾ ਉੱਠਿਆ ਤੇ ਤੀਜੀ ਭੈਣ ਬਚਨੋਂ। ਉਫ, ਇਹ ਕਿਹੋ ਜਿਹੇ ਰਿਸ਼ਤੇ ਹਨ। ਵੱਡੇ ਤੇ ਉਸ ਨੂੰ ਖਿੱਚ ਸੀ ਕਿ ਉਹ ਅੰਗਾਂ ਸਾਕਾਂ ਦੇ ਸਾਹਮਣੇ ਕੁੱਦੂ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ। ਦਾਣੇ ਲਿਜਾ ਕੇ ਜ਼ਮੀਨ ਬਾਰੇ ਇੰਝ ਕਹਿੰਦਾ ਜਿਵੇਂ ਕੁੱਦੂ ਨੂੰ ਦਾਨ ਕਰ ਦਿੱਤੀ ਹੋਵੇ। ਜ਼ਮੀਨ ਕੁੱਦੂ ਤੋਂ ਛੱਡੀ ਨਹੀਂ ਸੀ ਜਾਂਦੀ ਜਾਂ ਛੱਡਿਆਂ ਉਸ ਦਾ ਗੁਜ਼ਾਰਾ ਨਹੀਂ ਸੀ ਹੁੰਦਾ, ਪਰ ਐਦਾਂ ਮੁਫਤ ਦੇ ਅਹਿਸਾਨ ਹੇਠਾਂ ਉਸ ਤੋਂ ਦਬਿਆ ਵੀ ਨਹੀਂ ਸੀ ਜਾਂਦਾ। ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡਾ ਕੇ ਲੈ ਜਾਂਦਾ ਸੀ, ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਕੁੱਦੂ ਦੇ ਹੱਥਾਂ ਵਿੱਚ ਬਰਕਤ ਨਹੀਂ, ਉਸ ਨੂੰ ਹਿੱਸੇ ਵਿੱਚ ਕੁਝ ਨਹੀਂ ਬਚਦਾ। ਅਜੇ ਕੱਲ੍ਹ ਮਾਂ ਦੇ ਫੁੱਲ ਚੁਗਿਆਂ ਉਹ ਆਪਣੇ ਭਣਵਈਏ ਨੂੰ ਕਹਿ ਰਿਹਾ ਸੀ, ਭਾਈਆ ਐਤਕੀ ਮੇਰੀ ਸਲਾਹ ਹੈ ਪਿੰਡ ਵਾਲੀ 2 ਕਿੱਲੇ ਆਪ ਹੀ ਟਰੈਕਟਰ ਨਾਲ ਵਾਹ ਕੇ ਮੱਝਾਂ ਲਈ ਪੱਠੇ ਨਾ ਬੀਜ ਛੱਡਾਂ। ਇਸ ਤੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨਹੀਂ। ਮਾੜੀ ਗੱਲ ਨਹੀਂ, ਚੰਗਾ ਰਹੇਗਾ, ਬਚਨੋਂ ਦਾ ਘਰਵਾਲਾ ਬੋਲਿਆ। ਕੁੱਦੂ ਨੂੰ ਪਤਾ ਸੀ ਕਿ ਉਹ ਉਸ ਨੂੰ ਸੁਣਾ ਕੇ ਗੱਲਾਂ ਕਰ ਰਹੇ ਸਨ। ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ, ਬੋਲਿਆ ਕੁਛ ਨਾ। ਜ਼ਮੀਨ ਤਾਂ ਅੱਗੇ ਹੀ ਥੋੜ੍ਹੀ ਸੀ। ਜੇ ਇਹ 2 ਕਿੱਲੇ ਵੀ ਹਲ ਹੇਠੋਂ ਨਿਕਲ ਗਏ, ਉਸ ਨੂੰ ਫਿਕਰ ਸੀ। ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ। ਲਾਹ ਪਾ ਕੇ ਵਿਚਲਾ ਬੰਦਾ ਭੈਣ ਭਵਈਆ ਹੀ ਸੀ ਜਾਂ ਪਿਓ, ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ, ਉਹਨਾਂ ਦੀ ਮਦਦ ਮੰਗ ਸਕਦਾ ਸੀ। ਪਰ ਭਣਵਈਆ ਤਾਂ ਉਸ ਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ, ਤੇ ਭੈਣ ਬਚਨੋਂ ਨੇ ਉਸ ਦੀ ਮਦਦ ਕੀ ਕਰਨੀ ਸੀ। ਉਹਨੂੰ ਤਾਂ ਅੱਗੇ ਹੀ ਇਤਰਾਜ਼ ਰਹਿੰਦਾ ਸੀ ਕਿ ਵੱਡੇ ਭਰਾ ਭਰਜਾਈ ਉਸ ਨਾਲ ਚੰਗਾ ਵਰਤਦੇ ਸਨ, ਉਸ ਨਾਲ ਦੁੱਖ ਸੁੱਖ ਵੰਡਾਉਣ ਆਉਂਦੇ ਜਾਂਦੇ ਸਨ, ਔਖੇ ਸੌਖੇ ਵੇਲੇ ਕੰਮ ਵੀ ਆਉਂਦੇ ਸਨ, ਸਾਲ ਛਮਾਈ ਸੂਟ ਵੀ ਬਣਾ ਦਿੰਦੇ ਸਨ। ਪਰ ਕੁੱਦੂ ਸੀ ਕਿ ਔਖੇ ਵੇਲੇ ਮਦਦ ਤਾਂ ਕੀ ਕਰਨੀ, ਉਹਨੂੰ ਮਿਲਣ ਤਾਂ ਕੀ ਜਾਣਾ। ਜੇ ਕਿਧਰੇ ਸਾਲ ਛਮਾਈ ਉਹਦਾ ਮੁੰਡਾ ਆ ਗਿਆ ਤਾਂ ਉਹਦੇ ਬਾਰੇ ਕਹਿੰਦੀ, ਹਾਇਆ ਇੰਨਾ ਨਮੋਹਾ ਮੁੰਡਾ ਹੋਣ ਤੇ ਉਹ ਜਿਹੜੇ 4 ਪਰੋਲੇ ਜਿਹੇ ਦਿੱਤੇ ਸਨ, ਬਸ ਮੇਰੀ ਜ਼ਬਾਨ ਸੜ ਜੇ ਕਿਤੇ ਮੁੰਡੇ ਨੂੰ 2 ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿੱਲੜ ਹੀ ਹੱਥ 'ਤੇ ਧਰਿਆ ਹੋਵੇ। ਵੇਖੋ ਨਾ, ਅਸੀਂ ਕਿਤੇ ਇਹਦੇ ਪੈਸੇ ਲੀੜਿਆਂ 'ਤੇ ਤਾਂ ਨਹੀਂ, ਪਰ ਫਿਰ ਵੀ ਭੈਣ ਭਰਾ ਦਾ ਹਮ ਹੁੰਦਾ, ਵੇਖੋ ਨਾ। ਤੇ ਉਹ ਅੱਖਾਂ 'ਤੇ ਚੁੰਨੀ ਫੇਰਨ ਲੱਗ ਪੈਂਦੀ। ਕੁੱਦੂ ਬਚਨੋਂ ਤੇ ਅੰਦਰੋਂ ਅੰਦਰ ਭੁੱਜਿਆ ਪਿਆ ਸੀ। ਉਸ ਦਿਨ ਮਾਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ। ਉਹ ਜਿਵੇਂ ਬਾਲੀਆਂ ਦੀ ਲੱਤ ਫੇਰਦੀ ਰਹੀ ਸੀ, ਪਰ ਇੱਕ ਪਲ ਉਹਨੂੰ ਮਾਂ 'ਤੇ ਵੀ ਖਿਝ ਆਈ। ਪਰ ਫਿਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੂੰਘੀਆਂ ਅੱਖਾਂ ਯਾਦ ਆਉਣ 'ਤੇ ਉਹ ਮਾਂ ਦੇ ਪਿਆਰ ਵਿੱਚ ਭਿੱਜ ਗਿਆ। ਇੱਕੋ ਮਾਂ ਹੀ ਸੀ ਜਿਸ ਨੇ ਉਹਨੂੰ ਅੰਤਾਂ ਦਾ ਪਿਆਰ ਦਿੱਤਾ ਸੀ, ਸਦਾ ਉਹਦੇ ਹੱਕ ਵਿੱਚ ਡਟ ਕੇ ਬੋਲੀ ਸੀ। ਜਿਹੜੀ ਗੱਲ ਜਿਹੜੀ ਭਾਸ਼ਾ ਵਿੱਚ ਜਿੰਨੇ ਜ਼ੋਰ ਨਾਲ ਉਹ ਕਹਿਣਾ ਚਾਹੁੰਦਾ ਸੀ, ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ਿਆਦਾ ਜ਼ੋਰਦਾਰ ਅੰਦਾਜ਼ ਵਿੱਚ ਕਿਹਾ ਕਰਦੀ। ਉਹ ਹੀ ਸੀ ਜਿਹੜੀ ਕੁੱਦੂ ਬਾਰੇ ਕਹਿੰਦੀ ਸੀ, ਇੱਕ ਤਾਂ ਮੇਰਾ ਲੋਲੜ ਪੁੱਤੇ ਭੋਲਾ ਭਾਲਾ ਸਿਵਾ ਵਰਗਾ, ਤੁਸੀਂ ਤਾਂ ਸਭ ਕਾਂਟੇ ਹੋ। ਕੁੱਦੂ ਨੂੰ ਅਫਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ। ਸਾਰੀ ਉਮਰ ਮਾਂ ਉਹਦੇ ਕੋਲ ਰਹੀ, ਪਰ ਮਰਨ ਸਮੇਂ ਉਹਦੇ ਕੋਲੋਂ ਚਲੀ ਗਈ। 2 ਮਹੀਨੇ ਹੋਏ ਉਸ ਨੂੰ ਅਚਾਨਕ ਬੁੱਲਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ। ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤੇ ਉਸ ਨੂੰ ਵੱਡੇ ਹਸਪਤਾਲ ਵਿੱਚ ਦਾਖਲ ਕਰਾ ਕੇ ਇਲਾਜ ਕਰਵਾ ਸਕੇ। ਲਗਭਗ 1.5 ਮਹੀਨਾ ਇਲਾਜ ਚੱਲਦਾ ਰਿਹਾ, ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬਿਮਾਰੀ ਦੀ ਮਾਰ ਨਾ ਚੱਲ ਸਕਿਆ ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ, ਜਿਹੜਾ ਉਸ ਦੀਆਂ ਔਖਿਆਈਆਂ ਨੂੰ ਸਮਝਦਾ ਸੀ। ਉਸ ਦੀ ਤੰਗੀ ਜਿਸ ਦੀ ਆਪਣੀ ਤੰਗੀ ਸੀ। ਉਸ ਨੇ ਆਪ ਜੂ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ, ਪਰ ਉਹ ਵਿਚਾਰਾ ਇੰਨਾ ਨਿਰਮਾਣ ਤੇ ਦੱਬੂ ਜੱਟ ਸੀ ਕਿ ਇੰਝ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਬਾ ਉਸ ਦੇ ਕੁਝ ਇੰਝ ਬੈਠਾ ਸੀ ਕਿ ਉਹ ਬਾਸਰ ਤੇ ਕੋਈ ਗੱਲ ਉਹਨੂੰ ਕਹਿ ਹੀ ਨਹੀਂ ਸੀ ਸਕਦਾ। ਉਹ ਮਾਂ ਦੇ ਸਿਵ ਜੀ, ਹੱਥੋਂ ਕਿੱਲੇ ਨੂੰ ਠੱਕ ਠੱਕ ਕਰੀ ਜਾਣਾ, ਅਸੀਂ ਹੋਰ ਵੀ ਕੰਮ ਕਰਨੇ ਆ। ਕਰਮ ਸਿੰਘ ਨੇ ਕੁੱਦੂ ਨੂੰ ਆਵਾਜ਼ ਮਾਰੀ। ਕੁੱਦੂ ਮਿੱਟੀ ਨਾਲ ਲਿਬੜੇ ਹੱਥ ਤੇੜ ਦੀ ਚਾਦਰ ਨਾਲ ਪੁੰਝਦਾ ਉੱਠ ਖੜਾ ਹੋਇਆ ਤੇ ਹੌਲੀ ਹੌਲੀ ਤੁਰਦਾ ਡਿਓਢੀ ਵਿੱਚ ਆਣ ਕੇ ਉਹਨਾਂ ਕੋਲ ਖੜਾ ਹੋ ਗਿਆ। ਬਹਿ ਜਾ ਕਰਮ ਸਿੰਘ
ਨੇ ਕੁੱਦੂ ਨੂੰ ਮੰਜੇ 'ਤੇ ਬੈਠ ਜਾਣ ਲਈ ਇਸ਼ਾਰਾ ਕੀਤਾ। ਬਚਨੋਂ ਵੀ ਬੁੱਕਲ ਸਵਾਰ ਦੀ ਪਿਓ ਦੀ ਭੂਆਂਦੀ ਆ ਬੈਠੀ। ਬਜ਼ੁਰਗ ਭਾਜੀ ਰਾਤੀ ਮੇਰੇ ਕੋਲ ਆ ਗਏ ਸੀ। ਬਜ਼ੁਰਗਾ ਭਾਜੀ ਰਾਤੀ ਮੇਰੇ ਕੋਲ ਆ ਗਏ ਸੀ। ਅਸੀਂ ਤੁਹਾਡੇ ਨਾਲ ਮਸ਼ਵਰਾ ਕਰਨ ਆਏ ਹਾਂ। ਕਰੋ ਵੀ ਮਸ਼ਵਰਾ। ਕਿਹੜਾ ਕਰਨਾ? ਕੀ ਗੱਲ ਹੈ? ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜੀ ਖੁਰਕੀ। ਵੇਖ, ਸਲਾਹ ਨਾਲ ਰਲ ਕੇ ਆਪੋ ਵਿੱਚ ਅਸੀਂ ਜਿਹੜੀ ਗੱਲ ਕਰਾਂਗੇ ਉਹਦੇ ਨਾਲ ਦੀ ਰੀਸ ਨਹੀਂ। ਕਰਮ ਸਿੰਘ ਇੱਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ। ਫਿਰ ਖੰਗੂਰਾ ਮਾਰ ਕੇ ਬੋਲਿਆ, ਗੱਲ ਇੱਕ ਤਾਂ ਇਹ ਹੈ ਕਿ ਮਾਂ ਦਾ ਇਕੱਠ ਕਰਨਾ, ਗੱਜ ਵਜਾ ਕੇ ਸਾਰੇ ਅੰਗ ਸਾਗ ਸਦੜੇ ਨੇ। ਬੁੱਢੜੀ ਕਰਮਾਂ ਵਾਲੀ ਹੈ, ਦੋਤਰਿਆਂ ਪੋਤਰਿਆਂ ਵਾਲੀ ਹੈ ਤੇ ਉਮਰ ਭੋਗ ਕੇ ਗਈ ਆ। ਉਹਨੂੰ ਵੱਡਿਆਂ ਕਰਨਾ ਹੋਰ ਕੀ ਸਲਾਹ ਹੈ? ਪੁੱਤ, ਮੇਰੀ ਸਲਾਹ ਕੀ ਹੋਣੀ ਹੈ? ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ? ਬਿਸ਼ਨ ਸਿੰਘ ਦੀ ਟੁੱਟਵੀਂ ਆਵਾਜ਼ ਸੀ। ਮੈਂ ਵੀ ਕਰਮ ਨੂੰ ਕਿਹਾ ਕਿ ਇਹ ਫਜ਼ੂਲ ਖਰਚੀ ਏ, ਇਹ ਮੰਨਦਾ ਨਹੀਂ। ਸਵਰਨ ਸਿੰਘ ਨੇ ਰਾਏ ਦਿੱਤੀ। ਉਹ ਭਾਜੀ, ਭਾਈਚਾਰਾ ਕੀ ਆਖੂ? ਚੰਗੇ ਭਲੇ ਪੁੱਤ ਕਮਾਉਂਦੇ ਪੈਸੇ ਵਾਲੇ, ਕੀ ਮਰੀ ਪੈ ਗਈ ਤੁਹਾਡੇ ਪੜ੍ਹਿਆਂ ਲਿਖਿਆਂ ਲਈ? ਹੋਈ ਫਜ਼ੂਲ ਖਰਚੀ ਤੁਸੀਂ ਤਾਂ ਸ਼ਹਿਰ ਰਹਿਣਾ। ਮਿਹਣੇ ਤਾਂ ਸਾਨੂੰ ਵਜਣੇ ਨੇ। ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋਂ ਉਹਦੀ ਗੱਲ ਟੁੱਕ ਕੇ ਬੋਲ ਪਈ। ਹੋ ਨਹੀਂ ਤਾਂ ਭਾਜੀ ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਬਚਨੋਂ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ। ਭਾਊ, ਕਰਮ ਸਿੰਘ ਠੀਕ ਆਂਦਾ। ਉੱਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕਸੀ ਬੈਠੇ ਹੋਣੇ ਆ। ਮੈਨੂੰ ਤਾਂ ਦਰਾਣੀਆਂ ਜਠਾਣੀਆਂ ਛਿੰਬੀਆਂ ਨੇ ਦੇ ਮਾਰ ਛੱਡਣਾ ਮਤਲਬ ਕਿ ਕੁੱਦੂ ਨੂੰ ਪਤਾ ਸੀ ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੀ ਹੋ ਰਹੀ ਸੀ। ਉਹਦਾ ਜੀ ਕੀਤਾ ਬਚਨੋਂ ਦੇ ਵੱਟ ਕੇ ਚਬੇੜ ਮਾਰੇ। ਸਵਰਨ ਸਿੰਘ ਠੀਕ ਹੀ ਕਹਿ ਰਿਹਾ ਸੀ, ਇਹ ਫਜ਼ੂਲ ਖਰਚੀ ਏ। ਕੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ। ਵੇਖੋ ਭਾਈ, ਮੈਂ ਪਿੱਛੇ ਤਾਂ ਨਹੀਂ ਹਟਣਾ। ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਹੋਊ ਦੱਸ ਦਿਓ। ਅਟਾ ਸਟਾ ਮੇਰਾ ਸਵਰਨ ਸਿੰਘ ਬੋਲਿਆ। ਕੁੱਦੂ ਨੂੰ ਆਸ ਸੀ ਸਵਰਨ ਸਿੰਘ ਇਸ ਵਿਰੋਧ ਵਿੱਚ ਡਟੇਗਾ, ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਹਦੇ ਹੱਥੋਂ ਡਿੱਗ ਪਈ। ਉਹ ਸੋਚਾਂ ਦੇ ਫਿਕਰਾਂ ਵਿੱਚ ਡੁੱਬ ਗਿਆ। ਉਹ ਧੁੱਖ ਰਿਹਾ ਸੀ ਤੇ ਉਹਦੇ ਅੰਦਰ ਧੂੰਆਂ ਇਕੱਠਾ ਹੋ ਰਿਹਾ ਸੀ। 5-7 ਹਜ਼ਾਰ ਤਾਂ ਸਹਿਜੇ ਹੀ ਲੱਗ ਜੂ। ਨਾਲੇ ਜੀ ਹੋਰੀ ਕਹਿੰਦਿਆਂ 2700 ਰੁਪਈਆ ਮਾਂ ਦੀ ਬਿਮਾਰੀ 'ਤੇ ਇੰਨਾ ਖਰਚ ਕੀਤਾ। ਆਪਾਂ ਤਿੰਨਾਂ ਨੂੰ 900 ਵੰਡੇ ਆਉਂਦਾ। ਕਰਮ ਸਿੰਘ ਸਾਰੇ ਖਰਚ ਦਾ ਵਿਸਥਾਰ ਦੱਸ ਰਿਹਾ ਸੀ। ਮਾਂ ਦੀ ਬਿਮਾਰੀ ਦਾ ਖਰਚਾ ਵੰਡੇ ਜਾਣ ਦੀ ਗੱਲ ਸੁਣ ਕੇ ਕੁੱਦੂ ਨੂੰ ਧੱਕਾ ਲੱਗਾ। ਉਹ ਦੰਦਾਂ ਵਿੱਚ ਬੁੱਲ੍ਹ ਟੁੱਕਣ ਲੱਗਾ। ਉਹਨੂੰ ਸੂਝ ਨਹੀਂ ਸੀ ਰਹੀ ਕਿ ਕਰੇ ਤਾਂ ਕੀ ਕਰੇ। ਮਾਂ ਦੀ ਬਿਮਾਰੀ 'ਤੇ ਖਰਚ ਕਰਤਾ, ਫੇਰ ਕੀ ਏ? ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਏ। ਕਿਸ਼ਨ ਸਿੰਘ ਨੇ ਹਿੰਮਤ ਕਰਕੇ ਜਿਵੇਂ ਗੱਲ ਕਹਿ ਦਿੱਤੀ। ਲੈ ਵੇਖੋ ਨਾ ਬਾਪੂ, ਆ ਰਹੀ ਨਹੀਂ ਠੀਕ। ਜੇ ਇਹਨੇ ਰੋਟੀ ਖਵਾਈ ਤਾਂ ਸਾਰੀ ਉਮਰ ਗੁਲਾਮੀ ਵੀ ਤਾਂ ਐਦੀ ਕਰਦੀ ਰਹੀ। ਜੇ ਇਹਨੇ ਰੋਟੀ ਖਵਾਈ ਤਾਂ ਗੁਲਾਮੀ ਵੀ ਤਾਂ ਉਹ ਸਾਰੀ ਉਮਰ ਐਦੀ ਕਰਦੀ ਰਹੀ। ਇਹਦੇ ਨਿਆਣੇ ਸਾਂਭੇ, ਗੂ ਮੂੰਹ ਧੋਤਾ। ਬਚਨੋਂ ਬੁੱਕਲ 'ਚੋਂ ਹੱਥ ਕੱਢ ਕੇ ਪੰਜਾ ਹਿਲਾ ਕੇ ਗੱਲਾਂ ਕਰ ਰਹੀ ਸੀ। ਵੇਖੋ, ਮਾਂ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤਾਂ ਫਿਰ ਐਸੇ ਕੋਲ ਸੀ। ਤੂੰ ਚੁੱਪ ਵੀ ਕਰ, ਵੱਡੀ ਵਕੀਲਣੀ। ਕੁੱਦੂ ਚਮਕ ਕੇ ਪੈ ਗਿਆ। ਉਹਦੀਆਂ ਨਾਸਾਂ ਗੁੱਸੇ ਨਾਲ ਫਰਕ ਰਹੀਆਂ ਸਨ। ਐਨੀ ਠੰਡ ਵਿੱਚ ਉਹਦਾ ਮੱਥਾ ਭਖ ਰਿਹਾ ਸੀ। ਲੈ ਮੈਂ ਨਹੀਂ ਬਹਿੰਦੀ। ਵੇਖੋ ਨਹੀਂ ਇਹਨੂੰ, ਮੈਂ ਤਾਂ ਜ਼ਹਿਰ ਲੱਗਦੀ ਆਂ। ਵੇਖੋ ਨਾ, ਲੈ ਮੈਂ ਨਹੀਂ ਬਹਿੰਦੀ। ਬਚਨੋਂ ਹੱਥ ਮਾਰਦੀ ਗੁੱਸੇ ਵਿੱਚ ਉਬਲਦੀ ਤੁਰ ਗਈ। ਤਣਾਅ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਤੇ ਬਚਨੋਂ ਮੂੰਹ ਭੁਆ ਕੇ ਫਿਰ ਬੋਲ ਪਈ। ਵੇਖ ਨਾ, ਮੇਰਾ ਹਿੱਸਾ ਹੀ ਆ ਇਹਦਾ ਜ਼ਮੀਨ 'ਚ। ਤੂੰ ਬਹੁਤਾ ਆਇਆ, ਵਕੀਲਣੀ ਸਹੀ। ਚਲੋ ਛੱਡੋ, ਬਾਕੀ ਗੱਲਾਂ ਫਿਰ ਕਰ ਲਾਂਗੇ। ਸ਼ਾਂਤ ਹੋਵੋ। ਤੇ ਕਰਮ ਸਿੰਘ ਐਤਕੀ ਸਿੱਧਾ ਕੁੱਦੂ ਨੂੰ ਸੰਬੋਧਿਤ ਹੋਇਆ। ਭਾਜੀ ਕੋਲ ਤਾਂ ਟਾਈਮ ਨਹੀਂ। ਬੁੱਢੜੀ ਦੇ ਫੁੱਲ ਦੱਸ, ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ ਜਾਵਾਂ? ਤੇ 2 ਮਿੰਟ ਕੁੱਦੂ ਚੁੱਪ ਕਰਕੇ ਬੈਠਾ ਰਿਹਾ। ਉਹਦੇ ਅੰਦਰ ਅਨੇਕਾਂ ਵਿਚਾਰ ਇੱਕ ਦੂਸਰੇ ਨੂੰ ਲਿਤਾੜਦੇ ਹੋਏ ਕੱਟ ਵੱਢ ਕੇ ਭੱਜੇ ਜਾ ਰਹੇ ਸਨ। ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਸੀ। ਉਹ ਸੁੰਨ ਹੋਇਆ ਗੁੰਮਸੁੰਮ ਬੈਠਾ ਰਿਹਾ ਤੇ ਫਿਰ ਜਿਵੇਂ ਉਹਦਾ ਧੁਖਦਾ ਅੰਦਰ ਮੱਚ ਪਿਆ ਹੋਵੇ, ਉਹ ਇੱਕਦਮ ਉੱਠ ਕੇ ਖੜੋ ਗਿਆ। ਵੇਖੋ ਜੀ, ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨਹੀਂ। ਆਪਾਂ ਮਰੜੇ
ਆਪਣੇ ਤੋਂ ਤਾਂ ਅਜੇ ਨਹੀਂ ਜੇ ਇਹ ਗੁੰਗਾ ਪੁੱਗਦੀਆਂ। ਉਹ ਪਲ ਭਰ ਲਈ ਰੁਕਿਆ, ਸੰਗ 'ਚ ਰੁਕਿਆ ਥੁੱਕ ਲੰਘਾਇਆ ਤੇ ਸਿਰ ਝਟਕ ਕੇ ਬੋਲਿਆ, ਜੇ ਬਹੁਤੀ ਗੱਲ ਹੈ ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾਓ ਤੇ ਇਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ। ਉਹ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ। ਐ ਮੈਂ ਕੱਲਾ ਹੀ ਗੰਗਾ ਪਾ ਆਊਂ। ਤਿੰਨੇ ਪਿਓ ਪੁੱਤ ਹੈਰਾਨ ਹੋਏ ਤੇ ਉਸ ਦੇ ਮੂੰਹ ਵੱਲ ਵੇਖ ਰਹੇ ਸਨ, ਪਰ ਉਹ ਰੁਕਿਆ ਨਾ। ਸੱਚੀ ਗੱਲ ਆ, ਅਜੇ ਆਪਣੀ ਪੁੱਜਤ ਨਹੀਂ, ਤੇ ਜੇ ਇਹ ਸੌਦਾ ਵੀ ਨਹੀਂ ਮਨਜ਼ੂਰ ਤਾਂ ਸਰਦਾਰ ਜੀ ਉਹ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ। ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਊਂ। ਤੇ ਉਹਨਾਂ ਦੇ ਵਹਿੰਦਿਆਂ ਵਹਿੰਦਿਆਂ ਮੂੰਹ ਘੁੱਟ ਕੇ ਅੰਦਰ ਨੂੰ ਤੁਰ ਪਿਆ।